अगर मुझ पे दयाल हो सकती है ना राधा मैया, करुणामयी सरकार, तो कोई भी पुकारना है, बस सिर्फ मेरे ख्याल से पुकारना ही है सर। आप पुकारते रहो, आप गाते रहो, गुणगान करते हो, पुकारते रहो। कोई शायद मतलब कि अगर मैं 2-4 घंटों में से 1 सेकंड के लिए एक लाइन जो है ना वो पहुंच गई होगी उन तक। कभी ऐसा प्रेम से जब गाते रहोगे, एक आधा लाइन प्रेम से गाई जाती है, तो वो प्रेम उनसे पहुंच गया और वो आ गई गोलोक से। सच बता रहा हूँ। तो भैया इसलिए हमारे बुद्ध लिए सिफारिश करो ना बुद्ध राधा रानी से, मैं तो कल बोला तो हमारे लिए है भी भी, सिफारिश सबको करो। दो, सबके लिए करूं बुद्ध मैं कल की। हाँ जी, हाँ जी, उषा बुआ आ गई, वाह। हाँ हाँ, जी। नहीं मैं तो तेरी सारी गल सुनी है। अच्छा। मैं पहले मेरा आज दिल नहीं सी, जो मेरे नाल जो 2-3 मिनट पहले इंसिडेंट होया दसन ते नहीं दिल सी, हाँ। क्योंकि मेरी जिहड़ी उम्र है ना, इस वे उम्र च लोग ही सोचते ने भी दिमाग खराब होया होया इन्हां दा तां। तो मैं सोचा कि ये गल नहीं करदी, ऐसा पर हुण सोचते होंगे तेरी लोग भी, अपनी पता नहीं अपनी तारीफ कराने के लिए करता है, लेकिन हमें तारीफ अभी प्रभु की नहीं नहीं, चाहिए। वो सच इंज बताऊं लगदा उससे है बड़ा कि दूर जेड़ी रहता हुण हूँ। तू तेरे नाल बार बार गल जुड़दी पई है मेरी। हाँ। गल ये हुई कि हाँ। मैं ना सवे कल तो मेरे मुंह चों ਉਹ ਲਾਈਨ ਨਿਕਲਦੀ ਨਹੀਂ ਪਈ ਸੀ, ਦਿਮਾਗ ਵਿੱਚੋਂ ਕਹਿ ਲੈ ਜਾਂ ਬਾਣੀ ਵਿੱਚੋਂ, ਕਿ ਇੱਕ ਕੋਰ ਕਿਰਪਾ ਕੀ ਕਰ ਦੇ स्वामिनी अच्छा, श्री राधे। ਜਿਹਦੇ ਤੇ ਅੱਛਾ ਮੇਰੇ ਇਹ ਮੇਰੇ ਤੇ ਕਿਰਪਾ ਹੋਈ ਜਿਹੜੇ ਹਾਂ, ਭਜਨ ਤੇ। ਮਤਲਬ ਕਿ ਇਹ ਮੇਰੇ ਕੋਲੋਂ ਨਿਕਲਦੀ ਨਹੀਂ ਪਈ ਸੀ, ਤੇ ਵਿੱਚੋਂ ਵਿੱਚੋਂ ਮੈਂ ਇੰਜ ਵੀ ਬੋਲ ਲੈਂਦੀ ਸੀ ਵੀ ਕੋਰ ਦਾ ਮਤਲਬ ਨਜ਼ਰ, ਤੇ ਮੇਰੇ ਨਜ਼ਰ ਕਿਰਪਾ ਦਾ ਮਤਲਬ ਇੱਕ हाँ। ਮੇਰੇ ਨਜ਼ਰ ਤੂੰ ਕਰ ਦੇ ਸਾਹਮਣੇ ਸ਼੍ਰੀ ਰਾਧੇ। ਇਹ श्री राम। ਕਰਦੇ ਕਰਦੇ ਮਤਲਬ ਕਿ ਹੁਣ ਅੱਜ 4 ਵਜੇ ਮੈਂ ਇਹ ਸੋਚਿਆ ਚਾਹ ਦਾ ਕੱਪ ਪੀ ਲੈਣੀ ਆ, 5 हम्म, ਵਜੇ ਸਤਸੰਗ ਵਿੱਚ ਮੈਂ ਜੁੜਨਾ ਹੈ, ਤੇ हम्म, ਫਿਰ ਨੀਂਦ ਜਿਹੀ ਨਾ ਆ ਜਾਵੇ, ਸੁਸਤੀ ਜਿਹੀ ਨਾ ਆ ਜਾਵੇ। ਹੋਇਆ हम्म। ਕਿ 4 ਵਜੇ ਚਾਹ ਪੀ ਲਈ, ਔਰ ਫਿਰ ਮੈਂ ਇੱਕ ਉਹ ਮੰਤਰ ਹੈਗਾ ਇਸਕੋਨ ਵਾਲੇ ਬੋਲਦੇ ਨੇ, ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਉਹ ਮੈਂ कृष्ण हरे YouTube ਵਿੱਚ ਨਾ राम। ਉਹਦਾ ਮੀਨਿੰਗ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਪੂਰੀ ਵੀਡੀਓ ਆ ਗਈ, ਮੈਂ ਉਹਦਾ ਸਾਰਾ ਮੀਨਿੰਗ ਸੁਣਿਆ। हाँ। ਮੀਨਿੰਗ ਸੁਣ ਕੇ ਫਿਰ ਮੈਂ ਇਹ ਹੋ ਗਈ ਇਸੇ ਲਾਈਨ ਵਿੱਚ, ਮੇਰੇ ਕੋਲ ਇਹ ਦਿਮਾਗ ਚੋਂ ਨਿਕਲੀ ਨਹੀਂ, ਔਰ ਇਹ ਕਰਦੇ ਕਰਦੇ ਮੈਂ ਸੋ ਗਈ, ਜਦੋਂ ਕਿ ਮੈਂ ਚਾਹ ਵੀ ਪੀਤੀ ਸੀ। ਹੁਣ हाँ। ਇਹ 2 ਮਿੰਟ ਦਾ ਇਨਸੀਡੈਂਟ ਹੋਇਆ, ਤੇ ਉਹ ਸਾਰਾ ਜਿਵੇਂ ਹਿਲਾ ਕੇ ਰੱਖ ਦਿੱਤਾ ਉਹਨੇ। ਮੈਂ ਇਹ हाँ। ਕਰਦੇ ਕਰਦੇ ਸੋ ਗਈ, ਤੇ हाँ। ਸੁਪਨੇ ਦੇ ਵਿੱਚ ਭਾਬੀ ਜੀ ਮਾਤਾ ਸ਼ਾਂਤੀ ਸਰੂਪ ਨੂੰ ਮੇਰੇ ਘਰ ਲਿਆਏ ਨੇ, ਤੇ वाह। ਮੈਂ ਉਹਨਾਂ ਨੂੰ ਮਿਲ ਕੇ ਬੜੀ ਘੁੱਟ ਕੇ ਆਪਦੇ ਭਾਬੀ ਜੀ ਨੂੰ ਖੁਸ਼ ਹੋਈਆਂ, ਤੇ ਮੈਂ भाभी ਕਿਹਾ जी ਤੁਸੀਂ ਤਾਂ अपनी माता को भाभी जी बुलाते थे, ਹਾਂ है ना, उषा ਹਾਂ। भाभी। ਤੋ ਮੈਂ ਉਹਨਾਂ ਨੂੰ ਇਹ ਕਹਿੰਦੀ ਪਈ ਆ ਕਿ ਤੁਸੀਂ ਤਾਂ ਇਹ ਬੜਾ ਹੀ ਅੱਛਾ ਕੀਤਾ ਜਿਹੜਾ ਮਾਤਾ ਜੀ ਨੂੰ ਨਾਲ ਲੈ ਕੇ ਆ ਗਏ। हाँ। ਅੱਛਾ ਮਾਤਾ ਜੀ ਆਏ ਨੇ, ਤੇ ਉਹਨਾਂ ਵਾਸਤੇ ਉਹਨਾਂ ਨੂੰ ਮੈਂ ਬ੍ਰੈਡ ਪਕੌੜੇ ਖਿਲਾ ਰਹੀ ਹਾਂ, ਤੇ वाह। ਮੈਂ ਆਪ ਵੀ ਉਹਨਾਂ ਦੇ ਨਾਲ ਖਾ ਰਹੀ ਹਾਂ। ਤੇ जय ਮੈਨੂੰ हो। ਮਾਤਾ ਜੀ ਕਹਿੰਦੇ ਨੇ ਕਿ ਮੈਨੂੰ ਪਹਿਚਾਣਿਆ ਹੈ? ਮਾਤਾ ਜੀ ਮੈਨੂੰ ਕਹਿੰਦੇ ਨੇ। ਤੇ अच्छा। ਮੈਂ ਮਨ ਚ ਸੋਚਦੀ ਪਈ ਹਾਂ ਵੀ ਫੋਟੋ ਮੇਰੀ ਪੂਜਾ ਵਾਲੀ ਅਲਮਾਰੀ 'ਚ ਲੱਗੀ ਹੋਈ ਏ, ਇੰਨਾ ਚਿਰ ਮੈਂ ਇਹਨਾਂ ਦੇ ਨਾਲ ਰਹੀ ਹਾਂ, ਤੇ ਮੈਂ ਪਹਿਚਾਨਾਂਗੀ ਕਿਵੇਂ ਨਹੀਂ? ਮੈਂ हाँ। ਉਹਨਾਂ ਨੂੰ ਕਿਹਾ ਹਾਂਜੀ ਮਾਤਾ ਜੀ, ਕਿਉਂ ਨਹੀਂ ਪਹਿਚਾਨਣਾ। ਤੇ ਮੈਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ, ਔਰ हाँ। ਮੈਂ ਚੁੰਮ ਲਿਆ ਉਹਨਾਂ ਦੇ ਪੈਰਾਂ ਨੂੰ। ਤੇ वाह। ਉਹ ਵੀ ਉਸੇ ਵਕਤ ਹੀ ਮੇਰੀ ਮੇਡ ਆ ਗਈ, ਤੇ ਉਹਨੇ ਮੈਨੂੰ ਉਠਾਇਆ, ਕਹਿੰਦੀ ਆਂਟੀ ਬ੍ਰੈਡ ਪਕੌੜੇ ਖਾਓਗੇ? ओ ਮੈਂ ਕਿਹਾ माय गॉड। हैं। ਬ੍ਰੈਡ ਪਕੌੜੇ ਕਦੋਂ ਬਣਾਏ ਨੇ, ਮੈਂ ਤਾਂ ਚਾਹ ਪੀ ਕੇ ਸੁੱਤੀ ਆਂ ਉਦੋਂ। ਤੇ ਕਹਿੰਦੀ ਇਹ ਆਰਤੀ ਭਾਬੀ ਨੇ ਮੈਨੂੰ ਕਿਹਾ ਕਿ ਬ੍ਰੈਡ ਪਕੌੜੇ ਬਣਾ ਦਿਓ, ਤੇ ਮੈਂ ਤਾਂ जय ਤੁਹਾਨੂੰ हो। ਪੁੱਛਣਾ ਹੀ जय ਕਿ ਬ੍ਰੈਡ ਪਕੌੜੇ ਖਾਓਗੇ? हो। ਮੈਂ माय ਕਿਹਾ गॉड। ਅੱਛਾ ਲੈ ਆ। ਮੈਂ ਉਹ ਖਾ ਲਿਆ। ਉਹ ਮੇਰਾ ਸਤਸੰਗ ਵਿੱਚ ਜੁੜਨ ਦੀ ਹਿੰਮਤ ਨਹੀਂ ਹੋ ਰਹੀ ਸੀ, ਮੇਰਾ ਜਿਵੇਂ ਸਾਰਾ ਵਜੂਦ ਹੀ ਹਿੱਲ ਗਿਆ ਕਿ ਵੀ ਇਹਦਾ सतनाम। ਮਤਲਬ ਮਾਤਾ ਜੀ ਸ਼ਾਂਤੀ ਸਰੂਪ। ਹਾਲਾਂਕਿ ਮੈਂ ਉਹਨਾਂ ਨੂੰ ਇੱਕ ਭਜਨ ਵਿੱਚ, ਜਿੰਦੇ ਚ ਇਹ ਮੈਂ ਲਿਖਿਆ ਹੈ ਨਾ ਗੁਰਦਰਸ਼ਨ ਵਿੱਚ, ਕਿ ਜਰਾ ਚੱਲ ਕੇ ਜੋ ਲਾਮੜਾ ਔਰ ਰਾਮ ਜੀ ਮੁਸਕਰਾਤੇ ਮਿਲेंगे, ਉਹਦੇ हाँ। ਲਾਸਟ ਵਿੱਚ ਮੈਂ ਆਪ ਹੀ ਕਹਿ ਕੇ ਰਾਧਾ ਰਾਣੀ ਦਾ ਰੂਪ ਮਾਤਾ ਸ਼ਾਂਤੀ ਸਰੂਪ ਜੀ ਨੇ, ਤੇ ਕ੍ਰਿਸ਼ਨ अच्छा। ਕਨਈਆ ਬਾਪੂ ਸੰਤ ਰਾਮ ਜੀ ਨੇ। वाह। ਪਰ ਉਹ ਇੱਕ ਮੇਰੀ ਕਲਪਨਾ ਸੀ, ਮੇਰਾ हाँ। ਪ੍ਰੇਮ ਸੀ। ਤੇ ਹੁਣ ਅੱਜ ਮੈਨੂੰ ਮਾਤਾ ਜੀ ਨੇ ਕਿਹਾ ਕਿ ਮੈਨੂੰ ਪਹਿਚਾਣਿਆ ਹੈ, ਤੇ ਫਿਰ ਮੈਂ ਉਹਨਾਂ ਦੇ ਨਾਲ ਬੈਠ ਕੇ ਬ੍ਰੈਡ अच्छा। ਪਕੌੜੇ ਖਾਂਦੀ ਪਈ ਹਾਂ।
ਤਾਂ ਉਹਨਾਂ ਨੇ ਮੇਰੀ ਕਿਹਾ ਅੱਖ, ਪਹਿਚਾਣਿਆ ਵੀ ਰਾਧਾ ਜੀ ਮਤਲਬ ਉਹ ਹਾਂ, ਤੇ ਅੱਛਾ ਮੈਂ ਹੈਰਾਨ ਕਿ ਮੈਨੂੰ ਇਹ ਗੱਲ ਕਿਉਂ ਪੁੱਛਦੇ ਪਏ ਨੇ। ਇੰਨਾ ਟਾਈਮ ਇਹਨਾਂ ਦੇ ਨਾਲ ਰਹੀਆਂ, ਇੰਨਾ ਪ੍ਰੇਮ ਕੀਤਾ ਹੈ, ਸੂਰਜ ਉਹ ਮੈਨੂੰ ਇਹਨਾਂ ਦੇ ਆਸ਼ੀਰਵਾਦ ਨਾਲ ਹੋਇਆ ਹੈ, ਔਰ ਮੈਨੂੰ ਮਾਤਾ ਜੀ ਕਹਿ ਰਹੇ ਨੇ ਕਿ ਮੈਨੂੰ ਪਹਿਚਾਣਿਆ ਹੈ। ਕਮਾਲ ਹੋ ਗਈ। ਦੱਸੋ ਉਹ ਤੁਸੀਂ ਸੁਣ ਵੀਡੀਓ ਕੇ ਔਨ ਨਾ ਕਰ ਮੈਂ, ਸਕਦੇ ਜੇ ਭੂਆ ਜੀ, ਵੀਡੀਓ ਔਨ ਕਰ ਨਹੀਂ ਲਓ ਮੈਂ ਤੁਸੀਂ। ਨਾ, ਮੇਰੇ ਬੜੀ ਦਰਦ ਦੇ ਪੈਰਾਂ ਨੂੰ ਬੈਠਿਆ ਅੱਛਾ ਨਹੀਂ ਜਾ ਰਿਹਾ, ਤਾਂ ਵਾਸਤੇ ਤੇ ਮੈਂ ਤੈਨੂੰ ਇਹ ਸੋਚਿਆ ਤਾਂ ਸੀ ਬਾਅਦ ਵਿੱਚ ਫੋਨ ਕਰਾਂਗੀ ਔਰ ਤੇਰੇ ਅੱਛਾ ਨਾਲ ਗੱਲ ਕਰਾਂਗੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਬਈ ਮੈਂ ਲੱਗੇਗਾ ਕਿ ਮੈਂ ਤਾਂ ਕਮਲੀ ਹਾਂ। ਮੈਂ ਮੈਂ ਇਸ ਵਾਸਤੇ ਕਮਲੇ ਹੀ ਸੋਚਿਆ ਤਾਂ ਮੈਂ, ਪਾ ਦਿੰਦੇ ਨੇ, ਆਪਾਂ ਸਾਰੇ ਹੀ ਕਮਲੇ। ਜੇ भक्ति और ਕਮਲੇ ਨਾ पागलपन ਬਣਾਂਗੇ में ਨਾ कोई अंतर नहीं है ऐसे ਗੱਲ भी। ਬੰਦੀ ਨਹੀਂ। ਅੱਛਾ ਉਹ ਨਹੀਂ ਮੈਂ ਕਿਰਨ ਗੱਲ ਤੂੰ ਕਮਲੀ ਇਹ ਯਾਰ ਬਾਰ ਦੀ ਬਾਰ ਕਮਲੀ। ਹੁਣ ਬੋਲਦਾ ਗੱਲ ਪਿਆ ਨਾ ਜਿਹੜਾ ਕਿ ਪਾ ਜਾਂਦਾ। ਇੱਕ ਵਾਰੀ ਨਹੀਂ, ਤੂੰ ਬਾਰ ਬਾਰ ਬੋਲਦਾ ਪਿਆ ਕਿ ਇਹ ਲਾਈਨ ਬੋਲੋ ਤਾਂ ਉੱਤੇ ਪਹੁੰਚਦੀ ਏ, ਫਿਰ ਮੇਰੇ ਕੋਲ ਕੰਟਰੋਲ ਨਹੀਂ ਹੋਇਆ ਤੇ ਮੈਂ ਤੇਰੇ ਨਾਲ ਵਾਹ ਗੱਲ ਕਰ। ਵਾਹ ਵਾਹ। ਰਾਧਾ ਰਾਣੀ ਕੀ ਜੈ। ਮਤਲਬ ਹਾਂਜੀ ਗੱਲ ਦਾ ਇੱਕ ਤੁਹਾਨੂੰ ਡਬਲ ਮੁਬਾਰਕ, ਦੇਖੋ ਕਿੰਨੀ ਹੈ ਵੀ। ਇੱਕ ਤਾਂ ਤੁਸੀਂ ਸਾਰਾ ਦਿਨ ਇਹ ਜਪਦੇ ਰਹੇ ਨਾ, ਕੋਰ ਹੁਣ ਕਿਰਪਾ ਕੀ ਕਰ ਜਪਦੀ ਦੋ। ਕੀ ਇਹ ਤਾਂ ਇੱਕ ਅਜੂਬਾ ਜਪ ਹੋ ਗਿਆ ਕਿ ਮੇਰੇ ਕੋਲ ਬੰਦ ਨਹੀਂ ਹੋਇਆ, रुके ही नहीं। कमाल। तो संगीता अगर आप नहीं आई थी ना, तो ये वाले भजन के ऊपर ही मेरे पे कृपा हुई है, एक और कृपा की कर दो। स्वामिनी श्री राधे आप थी नहीं मैंने ना भी ये वीडियो देखी थी आपकी अच्छा वीडियो। तो वीडियो देख के तो मेरे ऐसे मतलब रोंगटे खड़े हो गए कि ऐसे कैसे वाह। हो सकता है। तो देखो, तो ये इनको ये वाली भजन के ऊपर ये माता शांति स्वरूप जी, अब आप कह रहे हो ना माता शांति स्वरूप जी राधा रानी का रूप है। ये तो पहली बार मैंने सुना है आप तो। लेकिन कृष्ण भगवान का रूप पिता संत राम जी को, ये जब पिता संत राम जी के लिए एक भजन लिखा पिताजी ने, तो हाँ वो हाँ उसमें एक लाइन आती है कि वादे को निभाओ उसी तरह जिस तरह के पहले निभाए थे श्री संत राम जी महाराज, बिन आज के दुनिया में आज। ये वाली लाइन तो मैंने पिताजी से पूछा एक बार, मैं पिताजी पहले केड़ा वादा इन्हों ने निभाया है जिहदी तुसीं जिक्र कीता है ਇਹਦੇ ਚ। ਉਹ ਕਹਿੰਦੇ ਬੇਟਾ ਮੈਂ ਇਹਨਾਂ ਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਮੰਨਣਾ। ਦੇਖੋ ਉਸ਼ਾ ਬੁਆ, ਤੁਸੀਂ ਉਹਨਾਂ ਰਾਧਾ ਜੀ ਦਾ ਰੂਪ ਮੰਨਦੇ ਹੋ। ਦੇਖੋ ਤੁਸੀਂ ਹੈਰਾਨਗੀ ਦੀ ਗੱਲ, ਮਾਤਾ ਸ਼ਾਂਤੀ ਸਰੂਪ ਜੀ ਦਾ ਇਹ ਮੈਨੂੰ ਤਾਂ ਕਦੇ ਖਿਆਲ ਹੈ, ਲੇਕਿਨ ਕ੍ਰਿਸ਼ਨ ਭਗਵਾਨ ਦਾ ਰੂਪ ਪਿਤਾ ਜੀ ਤੁਹਾਡੇ ਭਰਾ ਉਹਨੂੰ ਪਿਤਾ ਜੀ हाँ ਕ੍ਰਿਸ਼ਨ ਭਗਵਾਨ ਦਾ ਰੂਪ हाँ ਮੰਨਦੇ ਨੇ। हाँ ਕਹਿੰਦੇ ਵੀ ਜਿਵੇਂ ਉਹਨਾਂ ਨੇ ਦ੍ਰੋਪਦੀ ਜੀ ਲਾਜ ਰੱਖੀ ਹੈ, ਮੀਰਾ ਜੀ ਵਾਸਤੇ ਆਏ हाँ ਨੇ, हाँ ਤੇ ਇਸੇ ਮੈਂ ਤਾਂ ਕਹਿ ਰਿਹਾ ਵੀ ਵਾਦੇ ਕੋ ਨਿਭਾਓ, ਮੈਂ ਤਾਂ ਇਹ ਸੋਚ ਕੇ ਲਿਖਿਆ। मैं हैरान हो गया भी। और ये कहते वे राधा जी माता शांति स्वरूप जी बड़े पावन, माता शांति स्वरूप जी बड़े तपस्वी सन। उन्होंने बारे भी आप भजन पढ़ांगे किसी वेले, मैं भी लिखा है। तो मतलब गल दा बड़ा इन्ना नूर चेहरे ते और इन्नी जवानी दी अवस्था दे च पिता संत राम जी उन्होंने छड्ड के चले गए। ते किस तरह मतलब के मतलब चलिया नहीं सी जांदा, नूर इन्ने सुंदर हुंदे सी बुध ते सारी 6 उम्र ਵਜ इन्ना ਕੇ सुंदर बिताई 18 उन्होंने। ਮਿੰਟ ਤੇ 6 ਵਜ ਕੇ 18 ਮਿੰਟ ਤੇ ਮੈਨੂੰ ਉਹ ਕੁੜੀ ਨੇ ਉਠਾ ਵੀ ਦਿੱਤਾ ਹੈ, ਤੇ हाँ ਮੈਂ 5 ਵਜੇ ਤੋਂ ਤੱਕ ਤਾਂ ਜਪਦੀ ਰਹੀ ਆ ਉਹ ਨਾਮ ਹੀ। 1 ਘੰਟੇ ਦੀ ਨੀਂਦ ਦੇ ਵਿੱਚ ਇਹ ਮੈਂ ਸਾਰੇ ਕੁਝ ਵੇਖ ਵੀ ਲਿਆ, ਤੇ ਫਿਰ ਮੇਰੇ ਕੋਲੋਂ ਮੈਨੇਜ ਨਹੀਂ ਕੀਤਾ ਗਿਆ ਆਪਦੇ ਆਪ ਨੂੰ हाँ ਕਿ हाँ ਮੈਂ ਬੈਠਾਂ ਤਿਆਰ ਹੋਵਾਂ ਔਰ हाँ। ਕੋਸ਼ਿਸ਼ ਕਰਾਂ ਕਿ ਮੈਂ ਬੁੱਧ ਨੂੰ ਦੱਸਾਂ। ਪਰ ਫਿਰ वाह ਅੰਦਰੋਂ ਮੈਨੂੰ ਕੁਛ ਇੰਝ ਵੀ ਫੀਲ ਹੋਵੇ ਜਿਵੇਂ ਮੈਂ ਕਮਲੀ ਲੱਗਾਂਗੀ ਕਿ ਕਿੱਥੇ ਮਾਤਾ ਜੀ, ਤੇ अच्छा ਨਾਲ ਦੀ ਨਾਲ एक ਬ੍ਰੈਡ एक ਪਕੌੜਿਆਂ ਦੀ ਗੱਲ ਵੀ ਮਾਤਾ ਜੀ ਨੂੰ ਹੀ गल सुनो ਖਵਾਉਂਦੀ ਪਈਆਂ। ਭੂਆ ਜੀ, ਗੱਲ ਸੁਣੋ। ਹਾਂ ਤੁਹਾਨੂੰ ਤਾਂ ਵਧਾਈਆਂ ਹੈਗੀਆਂ ਹੀ ਹੈਗੀਆਂ ਨੇ ਵੀ ਤੁਹਾਨੂੰ ਸੁਪਨੇ ਚ ਆਏ, ਤੁਹਾਡਾ ਖਿਆਲ ਇੱਧਰ ਰਿਹਾ। ਮੈਨੂੰ ਵੀ ਵਧਾਈਆਂ ਨੇ ਵੀ ਹਾਂ ਤੁਸੀਂ ਮੇਰਾ ਖਿਆਲ ਕੀਤਾ ਵੀ ਬੁੱਧ ਨੂੰ ਦੱਸਾਂ ਮੈਂ। ਹਾਂ और भी रिश्तेदार बड़े होते हैं क्यों नहीं संगीता, ये तो इनके कि तो और भी मम्मी भी कितने आए हैं सारी तक। बहनें पास पास रहती हैं। लेकिन लेकिन मुझे चुना आपने भी, मैं उनको बताऊँ। वाह वाह ਇਹ ਲਾਈਨ ਬੜੀ ਪਿਆਰੀ ਲੱਗੀ ਬੁੱਧ। ਤੇ ਅੱਛਾ ਫਿਰ ਸੁਣ ਮੇਰੀ ਸੋਚਦੇ ਸੋਚਦੇ ਮੈਂ ਰਾਧਾ ਰਾਣੀ ਉੱਤੇ ਇਹ ਭਜਨ ਵੀ ਬਣਾ ਲਿਆ ਇੱਕ, ਇਸੇ सतनाम। ਲਾਈਨ ਨੂੰ ਕੰਟੀਨਿਊ ਕੀਤਾ। ਹੁਣ ਉਹ अच्छा ਮੈਨੂੰ ਭਜਨ ਦੀਆਂ ਗੱਲਾਂ ਤਾਂ ਯਾਦ ਹੈ ਨਹੀਂ, ਪਰ 7-8 ਸਟੈਪ ਮੈਂ ਬਣਾ ਲਿਆ। ਬਈ ਇਹ ਨਾ ਮੇਰਾ ਬੇਟਾ ਸੂਰਜ ਵਰਿੰਦਾਵਨ ਗਿਆ ਸੀ, ਤੇ ਆਪਦੇ ਇੱਕ EMPLOYEE ਨੂੰ ਨਾ ਮਤਲਬ ਕਿ ਉਹਨਾਂ ਨੇ ਨਾ ਜਿਵੇਂ ਲੱਡੂ ਗੋਪਾਲ ਰੱਖੇ ਹੁੰਦੇ ਨੇ, ਤੇ हाँ ਉਹਨੇ हाँ ਇਹ ਰੱਖੇ ਹੋਏ ਸੀ ਲੱਡੂ ਗੋਪਾਲ ਜੀ। ਤੇ हाँ ਸੂਰਜ ਕਹਿੰਦਾ ਕੱਲੇ ਕਿਉਂ ਲੱਡੂ ਗੋਪਾਲ ਰੱਖੇ ਨੇ, ਰਾਧਾ ਰਾਣੀ ਕਿਉਂ ਨਹੀਂ ਰੱਖੇ ਹੋਏ। हाँ ਵਰਿੰਦਾਵਨ ਗਿਆ, ਸਟਾਫ ਨੂੰ ਲੈ ਕੇ ਗਿਆ, ਉੱਥੋਂ हाँ, ਰਾਧਾ ਰਾਣੀ ਨੂੰ ਲੈ ਕੇ ਆਇਆ। ਤਾਂ ਫਿਰ जय ਮੈਂ ਉਹ ਇੱਕ ਸਟੈਪ ਇਹ ਵੀ ਬਣਾਇਆ
ਕਿ ਵੀ ਤੁਹਾਡੇ ਤੁਸੀਂ ਜਿਹੜੇ ਸਜਦੇ ਹੋ ਨਾ ਰਾਧਾ ਰਾਣੀ ਨੂੰ, ਮੈਂ ਕਿਹਾ ਕਿ ਤੁਹਾਡਾ ਜਿਹੜਾ ਰੂਪ ਹੈ ਉਹ ਸ਼ਾਮ ਦੇ ਨਾਲ ਹੀ ਸਜਦਾ ਹੈ, ਤੇ ਹਾਂ ਮੇਰਾ ਬੇਟਾ ਵਰਿੰਦਾਵਨ ਤੋਂ ਲੈ ਕੇ ਆਇਆ ਹੈ, ਉਸ ਹਾਂ ਰੂਪ ਨੂੰ ਅਸੀਂ ਇੱਥੇ ਸਜਾਇਆ ਹੈ। ਮੈਂ ਸ਼ਬਦ ਦੱਸ ਰਹੀ ਹਾਂ, ਇਹਨਾਂ ਨੂੰ ਮੈਂ ਗਾ ਕੇ ਮਤਲਬ ਬੋਲਦੀ ਰਹੀ ਹਾਂ ਸੌਣ ਤੋਂ ਹਾਂ ਪਹਿਲੇ। ਤੇ ਅੱਛਾ ਫਿਰ ਇਸੇ ਤਰ੍ਹਾਂ ਤੁਹਾਡਾ ਰੂਪ ਬੜਾ ਪਿਆਰਾ ਹੈ। ਤੁਸੀਂ ਹੁਣ ਜਿਵੇਂ ਤੂੰ ਬੋਲੀ ਜਾਂਦਾ ਕਿ ਇਹ ਕਰ ਦਿਓ, ਰਾਧਾ ਰਾਣੀ ਇੰਝ ਕਰ ਦਿਓ, ਮੈਂ ਵੀ ਉਹਨਾਂ ਨੂੰ ਇਹ ਕਹਿ ਰਹੀ ਹਾਂ ਕਿ ਮਤਲਬ ਰਾਧਾ ਰਾਣੀ ਮੇਰੀ ਆਂਚਲ ਭਰ ਦਿਓ, ਝੋਲੀ ਭਰ ਦਿਓ। ਤੂੰ ਜਿਵੇਂ ਕਹੇ ਨਾ ਇੱਕ ਕੋਰ ਕਿਰਪਾ ਕੀ ਕਰ ਦੋ, ਤਾਂ ਉਹ ਮੈਂ ਫਿਰ ਉਹਨਾਂ ਨੂੰ ਇਹ ਕਿਹਾ ਕਿ ਮੇਰਾ ਖੁਸ਼ੀਆਂ ਨਾਲ ਆਂਚਲ ਭਰ ਦੋ, ਤੁਸੀਂ ਮੇਰਾ ਕਰ ਦਿਓ ਸਾਡੇ ਬੜੇ ਇਸੇ ਤਰ੍ਹਾਂ ਕਰ ਦੋ ਨੂੰ ਲਾਸਟ ਲਾਈਨ ਨਾਲ ਮੈਂ 7-8 ਸਟੈਪ ਬਣਾ ਲਏ, ਔਰ ਇਹ ਬੋਲਦੇ ਬੋਲਦੇ ਮੈਂ ਸੋ ਗਈ। ਦਿਨ ਦਾ ਟਾਈਮ ਹੈ, ਘੰਟੇ ਦੇ ਵਿੱਚ ਮਾਤਾ ਜੀ ਆ ਵੀ ਗਏ, ਦਰਸ਼ਨ ਵੀ ਦੇ ਗਏ, ਮੈਨੂੰ ਵੀ ਸਮਝਾ ਗਏ, ਔਰ ਪਕੌੜੇ ਵੀ ਖਾ ਗਏ। ਅੱਛਾ ਹਾਂ ਅੱਛਾ ਹੁਣ ਦੱਸੋ। ਮੈਂ ਨਾ ਮੇਰਾ ਇੱਕ ਵਾਰੀ ਖਰਾਬ ਹੋ ਗਿਆ ਦੂਜੇ ਪਾਸੇ ਕੰਮ, ਤੇ ਹੁਣ ਮੈਂ ਫੋਨ ਤੇ ਜੁੜਿਆ। ਤੁਸੀਂ ਦੱਸੋ ਮੈਨੂੰ। ਹਾਂ ਤੁਸੀਂ ਕੀ ਗੱਲ ਕੀਤੀ ਹੈ ਭੂਆ ਜੀ? ਇੱਕ ਤਾਂ ਹਾਂ ਲੈ ਕੇ ਆਏ ਰਾਧਾ ਜੀ ਦਾ, ਉਸ ਤੋਂ ਬਾਅਦ ਕੀ ਗੱਲ ਕੀਤੀ ਹੈ? ਮੇਰਾ ਮਿਸ ਹੋ ਗਿਆ। ਉਹ ਲੈ ਕੇ ਉੱਥੋਂ ਆਇਆ, ਫਿਰ ਅਸੀਂ ਮਤਲਬ ਕਿ ਉੱਥੇ ਕਲੀਨਿਕ ਦੇ ਵਿੱਚ ਨਾ ਉਹ EMPLOYEE ਏ, ਸਵੇਰੇ ਹਾਂ ਨਾਲ ਲੈ ਕੇ ਆਉਂਦੀ ਏ, ਸ਼ਾਮ ਹਾਂ ਨੂੰ ਨਾਲ ਲੈ ਕੇ ਜਾਂਦੀ ਏ। ਤਾਂ ਹਾਂ ਹਾਂ ਮੈਂ ਫਿਰ ਉਹ ਜਿਵੇਂ ਇੱਕ ਕੋਰ ਕਿਰਪਾ ਕੀ ਕਰ ਦੋ ਤੇ ਹੂੰ ਸੁਹਾਮਣੀ ਸ਼੍ਰੀ ਰਾਧੇ, ਤਾਂ ਉਹ ਲਾਸਟ ਦੇ ਵਿੱਚ ਨੇ ਜਿਵੇਂ ਕਰ ਦੋ ਨਾਲ 6-7 ਸਟੈਪ ਬਣਾਏ, ਬਈ ਤੁਸੀਂ ਅੱਛਾ ਮੇਰਾ ਕਰ ਦਿਓ, ਖੁਸ਼ੀਆਂ ਨਾਲ ਆਂਚਲ ਭਰ ਦਿਓ, ਇਸ ਤਰ੍ਹਾਂ ਸਾਡੇ ਮਨ ਨੂੰ ਨਿਰਮਲ ਕਰ ਦਿਓ, ਸਾਡੇ ਪ੍ਰੇਮ ਨੂੰ ਮਤਲਬ ਵਾਣੀ ਵਿੱਚ ਅੰਮ੍ਰਿਤ ਭਰ ਦਿਓ। ਉਹ ਹਾਂ ਤੇਰੇ ਹਾਂ ਨਾਲ ਹੁਣ ਜਦੋਂ ਮੇਰੇ ਕੋਲ ਤਾਂ ਨਹੀਂ ਹੁਣ ਗੱਲ ਕਹਿਣ ਤੋਂ ਬਰਦਾਸ਼ਤ ਹੋਇਆ ਵੀ ਤੇਰੀਆਂ ਤੇ ਮੇਰੀਆਂ ਲਾਈਨਾਂ ਫਿਰ ਸੇਮ ਹੋਈ ਜਾ ਰਹੀਆਂ ਸੀ ਓਹੋ ਇਸ ਵਾਸਤੇ। ਵਾਹ 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 ਚਲੋ ਠੀਕ ਕਮਾਲ ਹੈ ਬੇਟਾ, ਥੈਂਕ ਯੂ। ਕਮਾਲ ਬੜੀ ਵੱਡੀ ਗੱਲ ਹੈ, ਤੁਹਾਨੂੰ ਤਾਂ ਮੁਬਾਰਕਾਂ। ਇੱਕ ਹੋਰ ਦੇਖੋ, ਬ੍ਰੈਡ ਪਕੌੜਾ, ਉਹੀ ਮਤਲਬ ਹੈਰਾਨਗੀ ਦੀ ਗੱਲ ਹੈ ਨਾ, ਵੀ ਪਹਿਲੇ ਬ੍ਰੈਡ ਪਕੌੜਾ ਹੀ ਆਇਆ ਸੁਪਨੇ 'ਚ, ਤੇ ਅਚਾਨਕ ਕਹਿਤਾ ਵੀ ਆਣਾ ਮੇਡ ਨੇ, ਵੀ ਤੁਹਾਡੀ ਉਹਨੇ ਉਠਾਇਆ ਸੇਵਾਦਾਰਨੀ ਆ ਨੇ, ਕੇ ਕਿ ਵੀ ਵੀ ਆ ਲਓ ਜੀ ਆਂਟੀ ਬ੍ਰੈਡ ਖਾਓਗੇ ਪਕੌੜਾ ਬ੍ਰੈਡ ਬਣਿਆ, ਤੁਸੀਂ ਉੱਠ ਪਕੌੜੇ। ਕੇ ਖਾ ਲਓ। ਹੱਦ ਹਾਂ, ਕਰ ਦਿੱਤੀ ਤਾਂ ਉਹ ਫਿਰ ਉਸੇ ਵੇਲੇ। ਦਿਮਾਗ ਨਾ ਸਾਰਾ ਜਿਵੇਂ ਹਿੱਲ ਗਿਆ, ਬਈ ਇਹ ਕੀ ਹੋ ਰਿਹਾ ਮੇਰੇ ਨਾਲ, ਮੈਂ ਹਾਲੇ ਵੀ ਸੁਪਨੇ ਚ ਆਂ ਜਾਂ ਮੈਂ ਜਾਗਦੀ ਪਈ ਆਂ, ਵੀ ਇਹ ਮੇਰੇ ਨਾਲ ਕੀ ਹੋ ਰਿਹਾ ਹੈ। ਮੈਂ ਵਾਹ ਥੋੜੀ ਦੇਰ ਮੈਂ ਬੈਲੈਂਸ ਨਹੀਂ ਕਰ ਸਕੀ, ਫਿਰ ਨਾਰਮਲ ਹੋ ਕੇ ਤੇ ਹੁਣ ਜਦੋਂ ਤੇਰਾ ਸੁਣਿਆ ਸਾਰਾ, ਤੇ ਮਤਲਬ ਕਿ ਫਿਰ ਮੈਂ ਹਿੰਮਤ ਬਣਾਈ ਕਿ ਮੈਂ ਗੱਲ ਤਾਂ ਕਰ ਲਵਾਂ, ਚਲੋ ਬੈਠੇ ਨਹੀਂ ਜਾਂਦਾ। ਚਲੋ ਵਾਹ ਜੈ ਸ਼੍ਰੀ ਰਾਧੇ। ਵਾਹ ਇੱਕ ਵਾਰ ਮੈਨੂੰ ਇਹ ਵੀ ਯਾਦ ਆ ਰਿਹਾ, ਤੁਸੀਂ ਮੈਨੂੰ ਦੱਸਿਆ ਸੀ ਤੁਹਾਨੂੰ ਖਾਣ ਪੀਣ ਦਾ ਵੀ ਕਿ ਤੁਹਾਨੂੰ ਪਤਾ ਨਾ ਬੁੱਧ ਨੂੰ ਸ਼ੌਕ ਹੈ ਜਾਂ ਕੋਈ, ਉਹ ਮੈਨੂੰ ਇਹਨਾਂ ਦਾ ਖਿਆਲ ਆਇਆ ਵੀ ਇਹਨਾਂ ਸੁਪਨੇ ਚ ਆਏ ਮੇਰੇ ਪਿਤਾ ਸ਼੍ਰੀ ਆਏ, ਤੇ ਪਿਤਾ ਜੀ ਨੂੰ ਇਹ ਛੋਲਿਆਂ ਦੀ ਦਾਲ ਫਿਰ ਮੈਨੂੰ ਵੀ ਹਾਂ ਇਹ ਹਾਂ, ਛੋਲਿਆਂ ਦੀ ਬਿਲਕੁਲ ਦਾਲ ਖਵਾਈ, ਬਿਲਕੁਲ। ਸਮਥਿੰਗ ਲਾਈਕ ਦੈਟ, ਕੁਝ ਇਸ ਤਰ੍ਹਾਂ ਦੀ ਯਾਦ ਆ ਰਿਹਾ ਨਾ ਹਾਂ ਹਾਂ, ਇਸੇ ਉੱਥੇ। ਤਰ੍ਹਾਂ ਹੀ ਸੀ। ਉਹ 31 ਦਸੰਬਰ ਨੂੰ ਮਹਾਰਾਜ ਜੀ ਆਏ ਹੋਏ ਸੀ, ਤੇ ਮੇਰੇ ਘਰ ਮਹਾਰਾਜ ਜੀ ਦੇ ਨਾਲ ਨਾਲ ਕੁੰਦਨ ਲਾਲ ਬਾਪਾ ਜੀ ਆਏ ਨੇ, ਤੇ ਜੈ ਹੋ। ਮੈਂ ਉਹਨਾਂ ਨੂੰ ਕਹਿੰਦੀ ਪਿਆ ਕਿ ਆਲੂ ਮੇਥੀ ਦੀ ਸਬਜ਼ੀ ਬਣੀ ਹੋਈ ਏ, ਦਾਲ ਏ, ਹੋਰ ਇੱਕ ਦੋ ਚੀਜ਼ਾਂ ਬਣੀਆਂ ਹੋਈਆਂ ਨੇ, ਤੇ ਮੈਂ ਕਿਹਾ ਬਾਪਾ ਜੀ ਤੁਹਾਨੂੰ ਕੀ ਦੇਵਾਂ? ਤੇ ਕਹਿੰਦੇ ਆ ਮੈਨੂੰ ਤਾਂ ਦਾਲ ਨੂੰ ਤੜਕਾ ਲਗਾ ਕੇ ਦੇ ਦੇ। ਉਹ ਮੇਰੀ ਨੀਂਦ ਖੁੱਲ ਗਈ। ਉਸ ਤੋਂ ਬਾਅਦ ਹੂੰ ਉਤੋਂ ਤੂੰ ਆ ਗਿਆ ਸ਼ਾਮੀ, ਤੇ ਮੈਂ ਤੈਨੂੰ ਕਿਹਾ ਬੇਟਾ ਖਾਣਾ ਦੇਵਾਂ? ਤੂੰ ਕਿਹਾ ਭੂਆ ਜੀ ਕੀ ਬਣਾਇਆ ਹੈ? ਮੇਡ ਨੂੰ ਮੈਂ ਇਹ ਕਹਿ ਕੇ ਸੁੱਤੀ ਹਾਂ ਵੀ ਮੂੰਗੀ ਦੀ ਦਾਲ ਬਣਾਣੀ ਹੈ, ਹਾਂ ਤੇ ਮੈਂ ਲੇਟ ਗਈ ਸ਼ਾਮ ਨੂੰ, ਤੇ ਤੂੰ ਆਇਆ ਉਤੋਂ, ਸ਼ਾਮ ਦਾ ਸੰਧਿਆ ਦਾ ਟਾਈਮ ਸੀ, ਬੈਠਾ, ਹਾਂ ਤੇ ਮੈਂ ਕਿਹਾ ਬੇਟਾ ਹੁਣ ਫੁਲਕਾ ਖਾ ਲੈ, ਟਾਈਮ ਹੋਇਆ ਪਿਆ। ਤੂੰ ਕਿਹਾ ਕੀ ਬਣਾਇਆ? ਮੈਂ ਹਾਂ ਸੋਚਿਆ ਮੂੰਗੀ ਦੀ ਦਾਲ ਬਣਾਈਏ, ਤੇ ਉਹ ਮੇਡ ਆਈ ਉਤੋਂ, ਤੇ ਉਹ ਕਹਿੰਦੀ आंटी मेरे को ना समझ नहीं लगी, पहचान नहीं आई, और मैंने तो चने की दाल बना दी है। ਓ ਮਾਈ ਫਿਰ ਗॉड। ਦਿਮਾਗ ਦੇ ਵਿੱਚ ਉਹ ਸਾਰਾ ਸੁਪਨਾ ਘੁੰਮ ਗਿਆ ਕਿ ਦੇਖੋ ਬੁੱਧ ਆਇਆ ਹੈ, ਔਰ ਇਹ ਬਾਬਾ ਜੀ ਦੇ ਰੂਪ ਦੇ ਵਿੱਚ ਇਹ ਹੁਣ ਮੇਰੇ ਕੋਲੋਂ ਛੋਲਿਆਂ ਦੀ ਦਾਲ ਦਾ, ਫਿਰ ਤੇਰੇ ਸਾਹਮਣੇ, ਤੂੰ ਜੈ ਕਿਉਂਕਿ ਹੋ। ਸਿੰਪਲ ਦਾਲ ਖਾਂਦਾ ਨਹੀਂ, ਫਿਰ ਉਹ ਤੜਕਾ ਜੈ। ਵੀ ਲਗਵਾਇਆ, ਜਿਵੇਂ ਲੱਗਿਆ ਹੋਇਆ ਸੀ ਉਹਨੂੰ ਉਤਰੂ ਦੁਬਾਰਾ ਤੜਕਾ ਵੀ ਲਗਵਾਇਆ। ਵਾਹ ਉਹ ਫਿਰ ਨਾ ਇਹ ਗੱਲਾਂ ਦਿਮਾਗ ਦੇ ਵਿੱਚ ਨਾ ਕਈ ਵਾਰੀ ਤਾਂ ਹਿਲਾ ਕੇ ਰੱਖ ਦਿੰਦੀਆਂ ਨੇ, ਵੀ ਕਮਾਲ। ਦਿਮਾਗ ਸਾਡਾ ਖਰਾਬ ਹੈ, ਅਸੀਂ ਪਾਗਲ ਤਾਂ ਨਹੀਂ ਆ ਵੀ ਇਹਨਾਂ ਦੁਨੀਆ ਦੇ ਵਿੱਚ ਉਲਝੇ ਫਿਰਦੇ ਆ। ਪਤਾ ਨਹੀਂ ਮੰਨਣ ਵਾਲਿਆਂ ਵਾਸਤੇ ਤਾਂ ਬਹੁਤ ਸਭ ਕੁਛ ਹੈ, ਨਾ ਮੰਨਣ ਵਾਲਿਆਂ ਵਾਸਤੇ ਤਾਂ ਹੁਣ ਮੇਰੀ ਉਮਰ 76 ਸਾਲ ਦੀ ਹੋ ਗਈ ਹੈ, ਮੈਨੂੰ ਤਾਂ ਕੋਈ ਰਿਟਾਇਰਡ ਹੀ ਕਹੇਗਾ ਕਿ ਬਈ ਇਹੋ ਜਿਹੀ ਗੱਲਾਂ ਕਰਦੀ ਪਈ ਹੈ।
ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ। ਤੁਸੀਂ, ਤੁਹਾਡਾ ਪ੍ਰੇਮ ਜਿਹੜਾ ਉਹ ਸਾਰਿਆਂ ਨੂੰ ਛਲਕਦਾ ਤੁਹਾਡੇ, ਤੁਸੀਂ, ਤੁਹਾਡੀ ਕਵਿਤਾਵਾਂ ਹੈ, ਤੁਹਾਡੇ ਭਜਨਾਂ ਚ, ਤੇ ਤੁਹਾਡੇ ਜਿਹੜੇ ਇੰਨੇ ਸੁੰਦਰ ਸੁੰਦਰ ਪ੍ਰਸੰਗ ਦੱਸਦੇ ਹੋ, ਇਹ ਪ੍ਰੇਮ ਦੇ ਵਿੱਚ ਜਿਹੜਾ ਨਾ, ਪ੍ਰੇਮ ਦੇ ਵਿੱਚ ਫਿਰ ਉਹ ਕਹਿੰਦੇ ਨੇ ਪਾਗਲ, ਜਿਹੜਾ ਫਿਰ ਉਹ ਗੱਲ ਪਾ ਜਾਂਦਾ ਹਾਂ ਪ੍ਰਭੂ ਦੀ ਗੱਲ ਨੂੰ ਅਸਲੀ ਪਾਣ ਵਾਲੇ। ਥੋੜਾ ਜਿਹਾ ਦੇਖੋ, ਦੁਨੀਆ ਤੋਂ ਥੋੜੇ ਅਲੱਗ ਹੀ ਹੁੰਦੇ ਆ ਆਪਾਂ ਲੋਕ, ਜਿਹੜੇ ਥੋੜਾ ਜਿਹਾ ਸਾਧਕ ਹੈ ਆਪਾਂ। ਸਾਧ ਦੁਨੀਆ ਨੂੰ ਇਹ ਗੱਲਾਂ ਬੜੀ ਅਜੀਬ ਲੱਗਦੀਆਂ ਨੇ ਵੀ 4 ਘੰਟੇ ਰੋਜ਼ ਕੀ ਗੱਲ, ਉਹੀ ਤੇ ਉਹੀ ਭਜन होंगे, वही गल्ला। आप सही कह रहे भैया, हमारे अब जैसे ना थोड़े हिले हुए ही कहलाते हैं, थोड़े हाँ, दिमाग से हिले हुए हैं। ये ਉਹ सबको ਫਿਰ ਨਾ मिलते होंगे, ਕਿਸੇ ताने ਨੂੰ मिलते होंगे सुनने में, और यार तू जो इतना भजन कर रहा, तेरे कारण नहीं तकलीफ आ गई, तेरा वो काम नहीं हुआ, तेरे 100 मतलब बातें, मतलब लोग करते होंगे, कई कहते हैं कई नहीं कहते, मन में आता मतलब भी कर ले भी, और तू भजन कर ले, और तू महाराज दे दरबारा ते जाया, तेरा दे हो गया, ऐसा भी कहने वाले हैं, ताने मारने वाले लोग होते हैं। लेकिन उनको उनकी मतलब छोड़ देना चाहिए भी। हमने तो प्रभु को इस वक्त सिर्फ हमें अपनी प्रशंसा और ये उसमें नहीं पड़ना, प्रभु खुश हो। कैसे प्रभु खुश हो, रोज ये मांगना चाहिए, प्रभु ऐसे कर्म कराना जो आपको जो अच्छे लगे, खुश हो आप, प्रभु खुश हो गए, बापू सरदार राम खुश हो गया, बापू हर भगवान खुश हो गया, मेरे राधा रानी कृष्ण भगवान खुश हो गए ना, ਖੁਦ वो ਮੈਂ कोई ਤੇਰੇ ਤੁਹਾਡੀ ਨਾਲ ਇਹ कोई ਗੱਲ, ਤੁਹਾਡੀ ਅਗਰ ਮੈਨੂੰ संपत्ति है। ਮਾਤਾ ਜੀ ਨੇ ਇਹ ਨਾ ਕਿਹਾ ਹੁੰਦਾ ਨਾ, ਮੈਨੂੰ ਪਹਿਚਾਣਿਆ ਬੇਟਾ, ਉਹ हाँ, ਸ਼ਕਲ ये ਉਹਨਾਂ बात बड़ी, ਦੀ, ਉਹਨਾਂ ਦੀ ये ਸਟੇਟਮੈਂਟ, ਉਹ ਮੈਂ ਹੁਣ ਵੀ ਮੇਰੇ ਅੱਖਾਂ ਦੇ ਸਾਹਮਣੇ ਹੈ। ਔਰ ਮੈਨੂੰ ਬਾਰ-ਬਾਰ ਇਹ ਲੱਗਦਾ ਹੈ ਕਿ ਮੈਨੂੰ ਇਹ ਗੱਲ ਕਿਉਂ ਪੁੱਛੀ ਕਿ ਮੈਨੂੰ ਪਹਿਚਾਣਿਆ, ਮਤਲਬ ਕਿ ਮੈਂ ਹੁਣ राधा ਇਹ जी है, मैं राधा ਤਾਂ जी ਮੈਂ दा ਨੀਂਦ गल ਤੋਂ ਬਾਅਦ ਹੁਣ ਇਹ ਸਮਝਦੀ ਪਈ ਆ ਨਾ ਇਸ ਗੱਲ ਦੇ ਮਤਲਬ ਨੂੰ। ਨੀਂਦ ਹੀ ਥੋੜੀ ਮੈਨੂੰ ਸਮਝ ਆਈ ਏ, ਉਦੋਂ ਤਾਂ ਮੈਂ ਇਹੋ ਕਿਹਾ ਕਿ ਹਾਂਜੀ ਪਛਾਣ ਲਿਆ, ਤੇ ਇਹ ਹੁਣ ਉਹ ਜਦੋਂ ਬਾਹਰ ਆਈਆਂ ਨੀਂਦ ਤੋਂ, ਤੇ ਫਿਰ ਤਾਂ ਮੈਨੂੰ ਅੱਛਾ ਲੱਗਿਆ ਕਿ ਬਈ ਹਾਂ, ਮੈਂ ਕਿਉਂਕਿ ਰਾਧਾ ਜੀ ਨੂੰ ਯਾਦ ਕਰ ਰਹੀ ਸੀ ਅੱਜ, ਤੇ ਇਹ ਤਾਂ ਵਾਸਤੇ ਮਾਤਾ ਜੀ ਨੇ ਪੁੱਛਿਆ ਵੀ ਤੂੰ ਮੈਨੂੰ पहचान रहे भी मैं किस रूप ਵਿੱਚ आई है। वाह, कमाल। भैया वो भजन कमाल। नहीं बना हुआ, मैं कमली यार दी कमली। बिल्कुल भी उसकी कमले हो रहा है, जब हो जाओगे कमले उसके प्यार में, उसके प्रेम में, उसकी श्रद्धा में, तो फिर मौज ही मौज है, मौजें ही लुटेंगे हम तो। वाह जी वाह, ਚਲੋ ਬਹੁਤ ਸੁੰਦਰ। ਊਸ਼ਾ ਬੁਆ, थैंक यू ਤੁਹਾਡਾ ਤੇ ਸਾਰੀ ਸੰਗਤ ਦਾ ਜਿਹੜਾ समय ਦਿੱਤਾ। ਤੇ देखो, अगर आप मुझे समय ना देते, ये एक और बात बताऊं, आप सबको भी बधाई है। किस बात की? क्योंकि मुझे आपने, मैं तो पूरे 6:30-7 बजे मैंने अपना विश्राम दे दिया था, भी मैं नहीं, बस आपको। लेकिन आपने कहा नहीं नहीं, एक भजन सुना दो। वो भजन भी आपने राधा, संगीता ने कहा राधा जी का सुनाओ। देखो ਊਸ਼ਾ, वो देख रहे हो ਤੁਸੀਂ ਕੜੀ ਕਿਵੇਂ ਮਹਾਰਾਜ ਜੋੜਦਾ ਹੈ। ਇਹ ਸਾਰਿਆਂ ਦੇ ਤੇ ਮਹਾਰਾਜ ਪਾਉਂਦੇ, ਇਹਨਾਂ ਨੇ ਕਿਹਾ ਰਾਧਾ ਜੀ ਦਾ ਸੁਣਾਓ। ਮੈਂ ਸ਼ਾਇਦ ਦੂਸਰਾ ਕੁਝ ਸੁਣਾਣਾ ਸੀ, ਲੇਕਿਨ ਰਾਧਾ ਜੀ ਦਾ ਕਿਹਾ, ਰਾਧਾ ਜੀ ਦਾ, ਫਿਰ ਰਾਧਾ ਜੀ ਦੀ ਤਾਂ ਹੀ ਸੁਣਾਇਆ ਕਿ ਤੇਰੀ ਜਿਹੜੀ ਗੱਲ ਸੀ ਉਹ ਸਾਰੀ ਮੇਰੇ ਤੇ ਜਾ ਰਹੀ ਸੀ, ਤੇ ਫਿਰ ਤਾਂ ਮੇਰੇ ਕੋਲ ਕੰਟਰੋਲ ਨਹੀਂ ਹੋਇਆ ਤੇ ਮੈਂ ਸੁਣਾ ਦਿੱਤਾ। ਮੈਨੂੰ ਸ਼ਰਮ ਆ ਰਹੀ ਸੀ ਕਿ ਮੈਂ ਪਾਗਲ ਨਾ ਲੱਗਾ, ਮੈਂ ਇਸ ਵਾਸਤੇ। ਪਲੀਜ਼ ਐਜੀ ਗੱਲ ਦੇ ਉੱਤੇ ਸੰਗ ਨਾ ਕਰੋ, ਸੰਗ ਤੁਸੀਂ ਨਹੀਂ ਕਰ, ਇਹ ਸ਼ਰਮ ਵਾਲੀ ਕੋਈ ਗੱਲ ਨਹੀਂ। ਇਹ ਤਾਂ ਸਗੋਂ ਓਪਨਲੀ ਸਾਰੇ ਦੱਸਿਆ ਕਰੋ। ਮੈਂ ਤਾਂ ਕਹਿੰਦਾ ਕਿਸੇ ਨੂੰ ਸਵਪਨ ਆਇਆ, ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਏ ਨਾ, ਓਪਨਲੀ ਦੱਸੋ। ਇਹ ਕਿਉਂ, ਇਹ ਸਾਰਾ ਕੁਝ ਨਾ ਸਾਰੀ ਸਤਸੰਗ ਵਾਸਤੇ ਹੁੰਦਾ। ਜੇ ਮੈਨੂੰ ਮੇਰੇ ਵੱਡੇ ਭਾਈ ਸਾਹਿਬ ਨੇ ਆਸ਼ੀਰਵਾਦ ਦਿੱਤਾ ਹੈ ਨਾ, ਕਿਉਂਕਿ ਨਾਗਪਾਲ ਜੀ ਕੋਲ ਬੈਠੇ ਨੇ, ਇਹ ਦੱਸਣ ਵਾਸਤੇ ਵੀ ਸਾਰੀ ਸੰਗਤ ਇਹ ਰਿਪਰੈਜ਼ੈਂਟ ਕਰਦੇ ਨੇ। ਆਪਾਂ ਨੂੰ ਸਾਰੀ ਸੰਗਤ ਨੂੰ ਇਹ ਆਸ਼ੀਰਵਾਦ ਹੈ ਵੀ ਆਪਣੇ ਰਿਸ਼ੀ ਮੁਨੀਆਂ ਵੱਲੇ, ਰਿਸ਼ੀ ਮੁਨੀਆਂ ਤੇ ਮਿੰਟ ਤਾਂ ਬੁੱਧ ਮੇਰੇ ਸੁਣਨਾ, ਮੇਰੇ ਕੋਲ ਟਾਈਮ ਕਿੰਨਾ ਕੁ ਬੀਤਿਆ ਵੀ 5 ਵਜੇ ਤਾਂ ਮੈਂ ਜਪਦੀ ਸੁੱਤੀਆਂ, 6:15 ਵਜੇ ਮੈਂ ਜਾਗ ਵੀ ਪਈਆਂ, ਤੇ ਉੱਤੋਂ ਪਕੌੜੇ ਲੈ ਕੇ ਆ ਗਏ। ਤੋ ਮੇਰਾ ਦਿਮਾਗ ਹਿਲ ਗਿਆ ਕਿ ਮੈਂ ਇਹ ਕਿੱਥੇ ਆ, ਮੈਂ ਹਾਲੀ ਜਾਗ ਰਹੀ ਹਾਂ ਕਿ ਮੈਂ ਨੀਂਦ ਵਿੱਚ ਆ, ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ। ਕਮਾਲ ਹੈ, ਕਮਾਲ। ਚਲੋ ਬਹੁਤ ਸੋਹਣੇ। ਤੁਹਾਡੇ ਛੋਟੇ ਭਰਾ ਸ਼੍ਰੀ ਵੀ ਆ ਗਏ ਨੇ ਤੇ ਸਾਹਮਣੇ, ਤੇ ਉਹਨਾਂ ਦਾ ਸਮਾਂ ਹੋ ਗਿਆ ਪਹਿਲੇ। ਉਹਨਾਂ ਸੋਹਣੇ, ਬਹੁਤ ਖੁਸ਼ੀ ਦੀ ਗੱਲ ਹੈ ਹਰਭਜਨ ਸਿੰਘ ਜੀ ਸਾਡੇ ਵਿੱਚ ਦੁਬਾਰਾ ਆ ਗਏ ਨੇ ਵਾਪਸ। ਹਰਭਜਨ ਸਿੰਘ ਜੀ ਦਾ ਹਾਲ ਵੀ ਪੁੱਛ ਲਓ, ਤੇ ਇਹਨਾਂ ਦੀ ਵੀ ਕਿਰਪਾ ਹੋਈ ਹੈ, ਇਹ ਵੀ ਸੁਣੋ ਪਹਿਲੇ। ਅੱਛਾ, ਵਾਹ ਵਾਹ ਵਾਹ। ਹਰਭਜਨ ਸਿੰਘ ਜੀ ਪਹਿਲੇ ਤਕਲੀਫ ਦੇਖੋ ਕਿਵੇਂ ਤੁਹਾਡੀ। मौज लूट रहे हैं। अनम्यूट करो, अनम्यूट। भैया 2 मिनट का मैं आपको एक बताती हूँ। अब मैं नंदाचौर धाम गई तो ये ना सुनीता जी कहते तू गई थी दर्शन के लिए।
शाम को उन्होंने दर्शन नहीं कराए, सुनीता दीदी होरी कविता के कहते दर्शन हो रहे हैं कि नहीं? कविता आप तो वीडियो ऑन करके थोड़ा बताते हो ना, थोड़ा सा और आनंद मिलता है। आप लोग वीडियो ऑन कर लिया करो प्लीज, भैया। कोशिश मैं करो, जब कोई नंदा नहीं, चौर पावे धाम में लेटे गई लेटे थी ना, कर। हाँ जी, सुनाओ। भैया जब मैं अब नंदा चौर धाम गई ना, तो सुनीता दीदी होरी कहते कविता जूम पे दर्शन करवा देती, हमने दर्शन हो जाते। मैं कहा दीदी हाँ, वहां पे ना बॉम्बे की संगत थी और काफी संगत थी, तो इसलिए ना दर्शन भी मेरे को लगा नहीं भी महाराज जी के आगे कैमरा करूं, तो मैं कहा पॉसिबल नहीं लगा, अगर लगता तो मैं करवा देती। तो मैं क्या, मैंने सुबह जाना है महाराज जी के पास, अगर लगा तो मैं, जो हम दोपहर को करते हैं ना, तो मैं क्या मैं उसमें देख लूंगी, बाकी संगत तो चलो वहां पे जुड़ नहीं पाएगी। दीदी कह रही देख लेना। हम सब बहनों में से ना किसी एक के दिमाग में कुछ जनवरी की बात चल रही थी, और क्या मन में भाव था मेरे को नहीं पता। तो मैं कहा महाराज जी इन सब पे कृपा कर दो। मैं देखा महाराज जी बैठे ही सी कर रही, ਤੇ ਮੈਂ ਕਿਹਾ ਮਹਾਰਾਜ ਭੈਣਾਂ ਨੂੰ ਆਸ਼ੀਰਵਾਦ ਦੇ ਦਿਓ। ਮਹਾਰਾਜ ਨੇ ਨਾ ਜਿੱਦਾਂ ਹੀ ਕੈਮਰਾ ਕਰ, ਮਹਾਰਾਜ ਕਹਿੰਦੇ ਇੰਨਾ ਘਬਰਾਉਣ ਦੀ ਲੋੜ ਨਹੀਂ, ਜਨਵਰੀ ਵਿੱਚ ਚੜਿਆ ਹੈ। ਮਹਾਰਾਜ ਨੇ ਇਹ ਗੱਲ ਨੂੰ 2 ਵਾਰੀ ਕਿਹਾ ਹੈ। ਔਰ ਮੈਂ ਕਿਹਾ ਕਿਸੇ ਨਾ ਕਿਸੇ ਮਨ ਚ ਸੈਂਟਰ, ਫਿਰ ਮੈਂ ਇਹਨਾਂ ਨੂੰ ਪੁੱਛਿਆ ਆ ਕੇ, ਮੈਂ ਕਿਹਾ ਕਿਹਦੇ ਮਨ ਚ? ਫਿਰ ਇੱਕ ਬੰਦੇ ਨੇ ਹੱਥ ਖੜਾ ਕੀਤਾ ਕਿ ਮੇਰੇ ਹੀ ਮਨ ਵਿੱਚ ਚੱਲ ਰਿਹਾ ਸੀਗਾ ਘਰ ਚ, ਵੀ ਜਨਵਰੀ ਚ ਕੀ ਕੁਛ ਉਹਦੇ ਭਾਵ ਚੱਲ ਰਿਹਾ ਸੀ। ਦੇਖੋ ਉੱਥੇ ਨੰਦਾ ਚੌਰ ਮਹਾਰਾਜ ਜੀ ਨੂੰ ਪਤਾ ਲੱਗ ਗਿਆ, ਔਰ ਇਹ ਗੱਲ ਮੇਰੇ ਥਰੂ ਹੋਣੀ ਸੀ, ਉਹਦੇ ਮਨ ਚੋਂ ਨਿਕਲ ਗਿਆ। ਮਹਾਰਾਜ ਕਹਿੰਦੇ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈ, ਵੀ ਜਨਵਰੀ ਹੀ ਚੜਿਆ ਹੈ। ਮਤਲਬ ਉਹਨੂੰ ਵੀ ਅੰਦਰ ਨੂੰ ਸੰਤੁਸ਼ਟੀ ਹੋ ਗਈ ਵੀ ਹਾਂ ਵੀ ਜਿਸ ਤਰ੍ਹਾਂ ਵੀ ਸੀਗਾ। ਔਰ ਮੈਂ ਕਹਿੰਦੀ ਹਾਂ ਦੇਖੋ ਮਹਾਰਾਜ ਜੀ, ਕਿਆ ਮੈਂ ਇਹ ਗੱਲ ਹੈ ਨਾ ਭਈਆ, ਹਰ ਵਾਰ ਸਬੂਤ ਹੁੰਦਾ ਹੈ ਕਿ ਮਹਾਰਾਜ ਜੀ ਇੱਥੇ ਆਉਂਦੇ ਨੇ, ਸਾਡੀ ਸੁਣਦੇ ਨੇ, ਹਰ ਰੋਜ਼ ਸਤਸੰਗ बिल्कुल 'ਚ। बिल्कुल, ਅਸੀਂ ਆਣਾ बड़ी ਭੁੱਲ ਜਾਂਦੇ ਆ, ਕੰਮ ਵਿੱਚ ਬਿਜ਼ੀ ਹੋ ਜਾਂਦੇ ਆ, ਪਰ ਗੁਰੂ ਮਹਾਰਾਜ ਡੇਲੀ ਇੱਥੇ ਹਾਜ਼ਰੀ ਲਗਾਉਂਦੇ ਨੇ ਆਪਣੀ। बहुत सुंदर, बहुत सुंदर। मैं इस तरह कहना भी, गल सुनो, चाचा जी हैगे हो सामने के नहीं? चाचा ਹੈਗਾ सुभाष जी, ਹੈਗਾ ਜੀ ਹੈਗਾ बस ਉਹ ਹਰਭਜਨ ਸਿੰਘ ਵਾਲੀ ਕਿਰਪਾ ਸੁਣ ए- ਲਓ। सुन ਇੱਕ तो लो। ਮਿੰਟ ਜੀ ਹਰਭਜਨ कितने ਸਿੰਘ ਦੀ ਹੋਈ ਹੈ ਨਾ ਕਿਰਪਾ, ओए ਉਹ ਸੁਣ ਕੇ ਕਰ ਲਓ सुन तो ਸਾਰਾ ਕੁਝ। पहले सुनाने ठीक, मैं कहा इन्हां दी नाले हाजरी ਹਾਂ लग जाती बाद विच, ਨਹੀਂ नाले ਹਾਜ਼ਰੀ है ਕੋਈ ਗੱਲ काम। ਨਹੀਂ, ਹਰਭਜਨ ਸਿੰਘ ਦੀ ਹਾਜ਼ਰੀ ਵੀ ठीक ਭਾਵੇਂ ਲਾ ਜੇ। ठीक है, ਸੁਪਨਿਆਂ ਦੀ ਗੱਲ ਚੱਲ सुनाओ। ਰਹੀ ਹੈ ਨਾ, ਉਹ ਵੀ ਜਿਹੜੀ ਇਹਨਾਂ ਦੀ चर्चा, ਹੋਈ ਹੈ हाँ, ਉਹ ਵੀ ਸੁਣੋ चर्चा ਪਹਿਲੇ। चल रही है, प्रभु चर्चा, सुनाओ जी सुनाओ, बिल्कुल बिल्कुल। नहीं पहले ਹਾਂ सारी ਪਹਿਲੇ साध ਹਾਂ संगत। ਤਬੀयत ठीक है हरभजन सिंह जी ਤੁਹਾਡੀ? हाँ जी चलो बापू जी कृपा है जी। ठीक है, सामने आ गए बस हुन, ठीक है, ठीक संगत ने। में मेरी तरफों दंडवत प्रणाम। ਤੁਹਾਡੀ जय हो, ਅਰਦਾਸਾਂ, जय ਤੁਹਾਡੀ ਸ਼ਿਫਟ ਕਰਕੇ ਕੁਝ ਤਬੇ ਨਾਸਾਜ ਹੋ ਗਈ ਸੀ, हो। ਤੇ वाह ਤੁਹਾਡੇ वाह, ਉਹ ਕਿਰਪਾ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ ਤੁਹਾਡੇ ਅਰਦਾਸਾਂ ਦੇ ਸਦਕੇ। जय ਮੈਂ हो। ਮਸ਼ਕੂਰ ਹਾਂ, ਤੋਂ ਸ਼ੁਕਰਗੁਜ਼ਾਰ ਹਾਂ ਕਿ ਇਸ ਜੂਨ ਦੇ ਉੱਤੇ ਅਸੀਂ ਹਰੇਕ ਦੀ ਤਬੀਅਤ ਦੀ ਦੁੱਖ ਸੁੱਖ ਦੇ ਵਿੱਚ ਅਰਦਾਸਾਂ ਕਰਦੇ ਗਏ ਹਾਂ। हाँ ਤੇ ਇੰਸੀਡੈਂਟ ਕੀ ਹੋ ਗਈ ਸੀ ਕਿ ਬਈ ਮੇਰਾ ਬੜਾ ਮਨ ਚਾਹੁੰਦਾ ਗਾ ਸੀ ਕਿ ਯਾਰ ਭਗਵਾਨ ਜੀ ਮੇਰੇ ਵੇਲੇ ਜਿਹੜੇ ਜ਼ਿਆਦਾ ਨਜ਼ਦੀਕੀ ਰਹੀ ਹੈ ਬਾਪੂ ਭਗਵਾਨ ਜੀ ਦੇ ਨਾਲ ਹੀ, ਕਿਉਂ हाँ ਕਦੀ हाँ, ਮੇਰੇ ਘਰ ਵਿੱਚ ਤੇ ਮਨ 'ਚ ਮੇਰੇ ਕਈ ਖਿਆਲ ਆਉਂਦੇ ਸੀ ਬਈ ਮੈਂ ਆਪਣੇ ਮੂੰਹੋਂ ਕਵਾਂ, ਫਿਰ ਮਨ ਕਹਿੰਦਾ ਨਹੀਂ ਬਾਪੂ ਮੇਰੇ ਮਨ ਦੀ ਆਪਣੇ ਬੁੱਝੇ, ਤੇ ਮੈਂ ਮਤਲਬ ਆਪਣੇ ਆਪ ਮੇਰੇ ਨਾਲ ਚੱਲਣ, ਇਸ ਤਰ੍ਹਾਂ ਦੀ ਮਨ 'ਚ ਵਿਚਾਰ ਆਉਂਦੇ ਸੀ। हाँ ਫਿਰ हाँ, ਮੇਰਾ ਮਨ ਕਰਦਾ ਕਹਿ ਵੀ ਦੇਣਾ ਮਹਾਰਾਜ ਜੀ ਨੂੰ ਚਲੋ ਮੇਰੇ ਘਰ। ਫਿਰ ਮੈਂ ਕਿਹਾ हाँ ਯਾਰ ਘਰ ਵੀ ਤਾਂ ਠੀਕ ਗੱਲ ਹੈ, ਉਹਨਾਂ ਦੇ ਆਣ ਜੋਗਾ ਕੋਈ ਸੁੰਦਰ ਸੰਦਰ ਬਣਾ ਵਧੀਆ ਜਿਹਾ, हाँ हाँ, ਉਹਦੇ हाँ ਬਾਅਦ हाँ, ਦੇ ਮਨ ਦੁਵਿਧਾ 'ਚ ਰਿਹਾ ਮੇਰਾ। अच्छा। ਫਿਰ ਕੁਦਰਤੀ ਮੈਂ ਰੈਨੋਵੇਸ਼ਨ ਕੀਤੀ ਸਾਰੇ ਘਰ ਦੀ, ਤੇ ਮੈਂ ਸੋਚਿਆ ਵੀ ਚੱਲ ਹੁਣ ਬਾਪੂ ਨੂੰ ਮੈਂ ਬੁਲਾਣਾ ਹੈਗਾ। ਫਿਰ ਮਨ ਚ ਆਇਆ ਨਹੀਂ ਬਾਪੂ ਆਪਣੇ ਆਪ ਆਣਗੇ, ਤੇ ਦੁਵਿਧਾ 'ਚ ਰਿਹਾ ਮੈਂ। ਤੇ ਕਰਦੇ ਕਰਦੇ ਮਹਾਰਾਜ ਦੀ ਤਬੀਅਤ ਨਾਸਾਜ਼ ਹੋ ਗਈ। ਮਹਾਰਾਜ ਜੀ ਜਿਹੜੀ ਹੈ ਉਹ ਜਿਹੜੇ ਹੈਗੇ ਨੇ ਨਹੀਂ ਆ ਪਾਏ। ਮੇਰੀ ਮਨ ਦੀ ਹਸਰਤ ਜਿਹੜੀ ਹੈ ਉਹ ਰਹਿ ਗਈ ਮਨ 'ਚ, ਇੱਕ ਚੋਟ ਵੀ ਰਹੀ ਮੇਰੇ ਮਨ ਦੇ ਵਿੱਚ ਬੜੀ ਕਿ ਵੀ ਮਹਾਰਾਜ ਜੀ ਨਹੀਂ ਐ। ਮੈਂ ਬਿਮਾਰ ਹੈਗਾ ਸੀ, ਦਿਨਾਂ 'ਚ ਕਾਫੀ ਹਾਲਤ ਉਤਾਰ ਚੜਾਅ ਚੱਲਦੇ ਰਹੇ, ਤੇ ਸੁੱਤਾ ਪਿਆ ਸੀ ਕਮਰੇ 'ਚ ਉੱਤੇ, ਤੇ ਮਹਾਰਾਜ ਜੀ ਆਪਣੇ ਸਿੱਖਾਂ ਦੇ ਨਾਲ ਮੇਰੇ ਘਰ 'ਚ ਆ ਗਏ। हैं महाराज जी? ਮਹਾਰਾਜ ਭਗਵਾਨ ਜੀ ਆਪਣੇ ਸਿੱਖਾਂ ਦੇ ਨਾਲ ਮੇਰੇ ਘਰ 'ਚ ਆ ਗਏ अपने ਬਿਨਾਂ भगतां दे ਦੱਸੇ। नाल? ਆਪ ਆਪਣੇ ਨਾਲ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਬੱਚੇ हाँ, वाह, ਸੇਵਕ, ਉਹਨਾਂ ਦੇ ਨਾਲ ਆ ਗਏ। ਆ ਕੇ ਸਿੱਧੇ ਨੀਵੇਂ ਦੇ ਸਾਡੇ ਜਿਹੜੇ ਹੈਗੇ ਨੇ ਬੈਡਰੂਮ ਵਿੱਚ ਚਲੇ ਗਏ। ਮੈਨੂੰ ਉੱਪਰ ਕਿਹਾ ਜੀ ਮਹਾਰਾਜ ਭਗਵਾਨ ਜੀ ਆ ਗਏ ਨੇ, ਆ ਗਏ। ਤੇ ਮੈਂ ਕਿਹਾ ਕਿੱਥੇ ਗਏ ਨੇ? ਕਹਿੰਦਾ ਉਹ ਬੈਠੇ ਹੈਗੇ ਨੇ ਉਹ ਬੈਡਰੂਮ ਵਿੱਚ। ਮੈਂ ਕਿਹਾ ਬੈਡਰੂਮ ਵਿੱਚ ਕਿਉਂ ਬਿਠਾਇਆ? ਉਹਨਾਂ ਕੋਲ ਡਰਾਈਵਿੰਗ ਵਿੱਚ ਬਿਠਾਓ, ਮੈਂ ਆ ਰਿਹਾ। ਮੈਂ ਜਦੋਂ ਆਇਆ ਤਾਂ ਮਹਾਰਾਜ ਜੀ ਉਹ ਚਲੇ ਗਏ। ਮੈਂ ਕਿਹਾ ਕਮਾਲ ਹੋ ਗਈ।
ਮੈਂ ਫਟਾਫਟ ਭੱਜਾ ਫਿਰ ਮੈਂ ਢੱਕਾ ਮੰਦਰ ਗਿਆ। ਢੱਕਾ ਮੰਦਰ ਮਹਾਰਾਜ ਜੀ ਦੇ ਕਮਰੇ 'ਚ ਗਿਆ, ਉੱਪਰ ਹੀ ਚਲਾ ਗਿਆ ਸਿੱਧਾ ਮੈਂ। ਉਹ ਸ਼ੀਸ਼ੇ ਦੇ ਸਾਹਮਣੇ ਆਪਣੀ ਦਸਤਾਰ ਬੰਨ੍ਹ ਰਹੇ ਸੀ। ਉਹ ਕਹਿੰਦਾ ਕਿੱਥੇ ਹੈਗਾ ਜੀ ਸੇਵਕ, ਅਸੀਂ ਤਾਂ ਗਏ ਸੀ। ਮੈਂ ਕਿਹਾ ਮਹਾਰਾਜ ਜੀ ਮੈਂ ਆ ਗਿਆ ਤੇ ਤੁਸੀਂ ਜਲਦੀ ਆ ਗਏ। ਕਹਿ ਰਿਹਾ ਹੋਰ ਕਿ ਤੇਰੇ ਕੀ ਹਾਲ ਲੱਗੇ ਨੇ? ਮੈਂ ਕਿਰਪਾ ਹੈ ਤੁਹਾਡੀ। ਕਹਿੰਦਾ ਅਸੀਂ ਜਾਣਾ ਸੀ ਕਿੱਥੇ, ਇਸ ਕਰਕੇ ਅਸੀਂ ਆਏ ਸੀ, ਸੋਚਿਆ ਵੀ ਤੇਰੇ ਵੱਲ ਵੀ ਹੁੰਦੇ ਚੱਲੀਏ। ਤੇ ਹੁਣ ਮੈਨੂੰ ਆ ਗਿਆ ਜਿਹੜੀ ਮੇਰੀ ਹਸਰਤ। ਫਿਰ ਮੈਂ ਇਹਨੂੰ ਐਨਾਲਾਈਜ਼ ਕੀਤਾ ਇਸ ਚੀਜ਼ ਨੂੰ ਕਿ ਮੇਰਾ ਮਨ ਕਰਦਾ ਸੀ ਮਹਾਰਾਜ ਜੀ ਮੇਰੇ ਘਰ ਆਣ, ਤੇ ਉਹ ਮੇਰਾ ਜ਼ਿੰਦਗੀ ਦਾ ਸੁਪਨਾ ਹੈਗਾ ਸੀ, ਉਹਨਾਂ ਨੇ ਉਹ ਪੂਰਾ ਕਰ ਦਿੱਤਾ। ਦੇਖੋ ਇਹ ਮੈਂ ਬਹੁਤ ਵੱਡੀ ਗੱਲ ਹੈਗੀ ਹੈ ਮੇਰੇ ਵਾਸਤੇ। जय हो। बोल बापू हर भगवान जी महाराज महाराज आपकी सदा ही जय। वाह। भैया सेम इंसिडेंट मेरे हस्बैंड के साथ भी हुआ था। तो अच्छा। बापू जी ने चोला छोड़ने से पहले बहुत बार इन्होंने कहा कि महाराज जी आओ आओ आओ। महाराज जी कहते थे आएंगे आएंगे आएंगे। महाराज जी कहे चले। तो जिस दिन महाराज जी के फूल यहाँ से जाते जाते यहाँ करनाल से भी एक बार रुके यहाँ पे, तो हमने उनको मत्था टेका। रात को आए, सेम डे रात को ही जिस दिन फूल लेके गए हैं, उस दिन मेरे हस्बैंड के सपने में आए और आके हमारे घर में महाराज जी आ रहे हैं, सीधा आए हैं और दरबार में मत्था टेका महाराज जी ने, हर भगवान जी महाराज जी ने, और मत्था टेक के चले गए हैं। मतलब उनको भी बिल्कुल यही रियलाइज हुआ कि जो चीज उन्होंने मतलब अपने होते हुए नहीं करा, तो जाने के बाद भी सपने में उन्होंने उनका सपना साकार किया ये चीज का। ओम बापू हर भगवान जी महाराज आपकी सदा।